महला पहला। वधी सुवजग नानका, सच्चा वेखै सोए। सबनी छालां मारियां, करता करे सो होए। अग्गै जात न जोर है, अग्गै जियो नवें। जिनकी लेखै पत पवै, चंगे सेई के। पौड़ी तुर कर्म जिन्ना को तुद पाया, तां तिन्नी खसम ते आया। इन्हां जनतां कै वस किछ नाही, तुद वेकी जगत उपाया। इक नानू तू मेल लै, इक आपो तुद खुआया। गुर किरपा ते जाणिया, जिथै तुद आप बुझाया। सहजे ही सच समाया। वाहिगुरु जी का खालसा, वाहिगुरु जी की फतेह। पहली गल, बाणी विचारण दे नाल किन्ने भेत खुलते हैं, किन्नियां डूंघियां गल्लां दी समझ आती। ते गुरु नानक पातशाह जी दे फलसफे नूं, उन्हां दे सिद्धांत नूं असी जान सकते। तो इस श्लोक दे अंदर गुरुदेव फरमांदे ने, हे दुनिया दे लोगों, वधी सो वजग नानका। नानक जी फरमांदे हैं, जो गल रब वालों थापी जा चुकी है, तथा जो रब ने करना है वही होके रहे। वधी सो वजग नानक। परमात्मा वालों मिथी हुई, उलीकी हुई, तैयार की हुई स्कीम ब्यों दे मुताबक ही संसार दा ये सिस्टम चल। परमात्मा दी नीयत की हुई गल नूं कोई चैलेंज नहीं कर सकता। दूसरी गल है कि परमात्मा आप ही इन्हां सारे जीवां नूं वेख रहे, इन्हां उत्ते नज़र रख रहे, इन्हां दे कीते होए कम्मां नूं, करतूतां नूं चंगी तरह परखदा है, पड़चोलदा। वधी सुवजग नानका, सच्चा वेखै सोए। वो सच्चा आप ही वेखदा। एक तो उचारण भी ध्यान रखना कि जिहड़ा सो है, इनू होड़ा नहीं लाउणा। इस जबान दी कुंबली ते सो। वधी सो वजग नानक। नानक जी फरमांदे ने, वो गल वजेगी, होएगी, लागू होवेगी जो परमात्मा वालों मिथी हुई। पर देखण विच आंदा है कि सबनी छालां मारियां। सारे जीव अपनी अपनी जगह। छालां मारन का मतलब है जोर लाउंदे हैं, अपने वल्लों बड़ा कुछ करन दा यतन करते, पर करता करे सो होए। जो उस करते करतार ने करना है, होना होई। ਉਹਦੇ ਕੀਤੇ ਵਿੱਚ कोई किसी तरह की दखल अंदाजी, मुदाखलत, रोक नहीं पैदा कर सकता। वधी सुवजग नानका, सच्चा वेखै सोए। सबनी छालां मारियां, करता करे सो होए। जो उस करते वाहिगुरु अकाल पुरख ने करना वही होना।
ਪਰ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਲੋਕ ਆਪਣੇ ਆਪ ਨੂੰ ਵੱਡਾ ਸਿੱਧ ਕਰਨ ਲਈ, ਉੱਚਾ ਸਿੱਧ ਕਰਨ ਲਈ, ਦੂਜਿਆਂ ਨਾਲੋਂ ਵਧੀਆ ਸਿੱਧ ਕਰਨ ਲਈ ਕੀ ਕਰਦੇ? ਕੁਝ ਤਾਂ ਬ੍ਰਾਹਮਣ ਨੇ ਸਾਡੇ ਗਲ ਇਹ 4 ਵਰਨ ਪਾਏ। ਉਹਨਾਂ ਵਰਨਾਂ ਨੇ ਮਨੁੱਖਤਾ ਨੂੰ ਲੀਰੋ ਲੀਰ ਕਰ ਦਿੱਤਾ। ਐਸੀਆਂ ਵੰਡੀਆਂ ਪਾਈਆਂ ਨੇ, ਐਸੀਆਂ ਦੀਵਾਰਾਂ ਖੜੀਆਂ ਕੀਤੀਆਂ ਨੇ ਕਿ ਉਹਨਾਂ ਨੇ ਸਾਰੇ ਸਮਾਜ ਨੂੰ ਖੇਰੂ ਖੇਰੂ ਕਰ ਦਿੱਤਾ। ਇਹ ਠੀਕ ਹੈ, ਜ਼ਾਤ ਅਭਿਮਾਨੀਆਂ ਨੂੰ ਇਹ ਗੱਲ ਉਦੋਂ ਵੀ ਨਹੀਂ ਸੀ ਚੰਗੀ ਲੱਗਦੀ ਤੇ ਅੱਜ ਵੀ ਨਹੀਂ ਚੰਗੀ ਲੱਗੀ। ਪਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਬਿਆਨ ਕੀਤਾ ਉਹਨੂੰ ਪਰਦੇ ਥੱਲੇ ਰੱਖਣਾ ਵੀ ਤੇ ਗੁਨਾਹ ਹੈ। ਦੇਖੋ ਕਿਤਨਾ ਸਪਸ਼ਟ ਉਪਦੇਸ਼ ਹੈ। ਵਦੀ ਸੋ ਵੱਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਦੇਖੋ ਇਹ ਰਾਜਨੀਤਿਕ ਲੋਕ ਕੀ ਕਰਦੇ, ਕਿਹੋ ਜਿਹੇ ਕਾਨੂੰਨ ਬਣਾਉਂਦੇ ਨੇ, ਕਿਹੋ ਜਿਹੀਆਂ ਵਿਉਂਤਬੰਦੀਆਂ ਕਰਦੇ ਨੇ, ਕਿਸ ਤਰ੍ਹਾਂ ਲੋਕਾਂ ਨੂੰ ਲੜਾਉਂਦੇ ਨੇ, ਬੁੱਧੂ ਬਣਾਉਂਦੇ ਨੇ। ਪਰ ਯਾਦ ਰੱਖੋ ਰੱਬ ਦੇ ਮੰਨਣ ਵਾਲਿਆਂ ਨੂੰ ਬਾਬੇ ਨਾਨਕ ਦਾ ਸੁਨੇਹਾ, ਭਾਈ ਇਹਨਾਂ ਦੇ ਕੀਤੇ ਹੋਏ ਯਤਨਾਂ ਨਾਲ ਕੁਝ ਨਹੀਂ ਜੇ ਹੋਣਾ ਉਹ ਹੈ ਜੋ ਮੇਰੇ ਕਰਤਾਰ ਨੇ ਕਰਨਾ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਅੱਗੇ ਜ਼ਾਤ ਨ ਜੋਰ ਹੈ। ਬੜੀ ਕਮਾਲ ਦੀ ਗੱਲ ਕਹੀ। ਦੇਖੋ ਸਿੱਖਾਂ ਦੇ ਅੰਦਰ ਜ਼ਾਤਾਂ ਪਾਤਾਂ ਖਤਮ ਕਰਨ ਲਈ ਦਸੋ ਗੁਰੂ ਸਾਹਿਬਾਨ ਨੇ ਕਿੰਨਾ ਯਤਨ ਕੀਤਾ। ਗੁਰੂ ਨਾਨਕ ਦੇਵ ਜੀ ਦਾ ਤੇ ਬਚਨ ਅਸੀਂ ਪੜ੍ਹ ਰਹੇ ਹਾਂ। ਉਹਨਾਂ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਇਸ ਜ਼ਾਤ ਪਾਤ ਦੇ ਕੋੜ ਨੂੰ ਵੱਢਣ ਵਾਸਤੇ ਇੱਕ ਪੰਗਤ ਬਣਾਈ, ਇੱਕ ਸੰਗਤ ਬਣਾਈ। ਉਹਦੇ ਵਿੱਚ ਆਖਿਆ ਵੀ ਇੱਕ ਪੰਗਤ ਵਿੱਚ ਬਹਿ ਕੇ ਸਾਰੇ ਭੋਜਨ ਛਕਣਗੇ, ਇੱਕੋ ਜਿਹਾ ਭੋਜਨ ਛਕਣਗੇ। ਉਹਦੇ ਵਿੱਚ ਗੁਰੂ ਮਹਾਰਾਜ ਆਪ ਵੀ ਬੈਠਣਗੇ। ਜੇ ਅਕਬਰ ਬਾਦਸ਼ਾਹ ਵਰਗਾ ਸਮਰਾਟ ਆ ਜਾਏ ਤੇ ਉਹ ਵੀ ਉਸ ਪੰਗਤ 'ਚ ਬੈਠੇ, ਕਿਉਂਕਿ ਗੁਰੂ ਅੰਗਦ ਦੇਵ ਜੀ ਦਾ ਹੁਕਮ ਸੀ ਪਹਿਲੇ ਪੰਗਤ ਪਾਛੇ ਸੰਗਤ। ਇਹ ਸਾਰੇ ਯਤਨ ਜ਼ਾਤ ਅਭਿਮਾਨੀਆਂ ਦੇ ਅਭਿਮਾਨ ਨੂੰ ਤੋੜਨ ਵਾਸਤੇ। ਇਹਦੇ ਖਿਲਾਫ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਵੀ ਹੋਈ। ਅਕਬਰ ਬਾਦਸ਼ਾਹ ਆਪ ਦੇਖਣ ਵੀ ਆਇਆ। ਮੇਰਾ ਕਹਿਣ ਤੋਂ ਮਤਲਬ ਗੁਰੂ ਸਾਹਿਬਾਨ ਨੇ ਬੜਾ ਯਤਨ ਕੀਤਾ। ਜਿਉਂ-ਜਿਉਂ ਤੁਸੀਂ ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਲੱਗੇ। ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਕਮਾਲ ਹੀ ਕਰ ਦਿੱਤਾ। ਉਹਨਾਂ ਨੇ ਤੇ ਜ਼ਾਤ ਪਾਤ ਦੇ ਬੰਧਨ ਹੀ ਤੋੜ ਦਿੱਤੇ। ਤੇ ਉਹਨਾਂ ਦਾ ਤੇ ਫਰਮਾਨ ਹੈ, ਜਿਨ ਕੀ ਜ਼ਾਤ ਔਰ ਕੁਲ ਮਾਹੀ ਸਰਦਾਰੀ ਨੇ ਪਈ ਕਦਾਹੀਂ, ਤਿਨ को मैं सरदार बनाऊं तबे गोविंद सिंह नाम कहूं। इन गरीब सिखन को देऊं पातशाही, ये याद रखें हमारी गुरियाई। ਇਹਦੇ ਪਿੱਛੇ ਫਲਸਫਾ ਉਹੀ ਚੱਲ ਰਿਹਾ ਸੀ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਕਿਉਂ ਸਿਆਰੀ। ਫਲਸਫਾ ਉਹੀ ਚੱਲ ਰਿਹਾ ਸੀ। ਪਰ ਜਾਤ ਅਭਿਮਾਨੀਆਂ ਨੇ ਨਾ ਉਦੋਂ ਸਿੱਧੇ ਮੂੰਹ ਗੱਲ ਮੰਨੀ ਤੇ ਨਾ ਅੱਜ ਮੰਨ ਰਹੇ। ਕਈ ਵਾਰੀ ਮੈਨੂੰ ਹਾਸਾ ਆ ਜਾਂਦਾ, ਭਈ ਪਤਾ ਨਹੀਂ ਕੌਣ ਜ਼ਾਤਾਂ ਬਹਿ ਕੇ ਕੱਢਦਾ।
बाबे नानक ने ते मुढ़ों ही इसका फसता पढ़ दिता। आख्या अगे जात न जोर है। अगे वाहगुरू की दरगाह विच कोई जात का जोर नहीं जे। इत्थे लोग जातां दी पूछ लाई फिरदे, दूजियां तो वखरे होण लई, वड्डे होण लई, अपना प्रगटावा करन लई, रोब पाउण लई जात लाउंदे। भावें गुरु नानक पातशाह ने कहा अगे जात न जोर है। अगे भाई किसी की जात का कोई जोर, कोई महत्व, कोई पुछ पड़ता नहीं। अगे जियो नवें। हुण कईयां ने ते अर्थ कीते जी ये जी निवेगा, नहीं। आख्या जिन्हां जीवां नाल, जिन्हां लोकां नाल वास्ता पैना वो नवें ने। वो तुहानू नहीं जानते, तुहाडी जात नू नहीं जानते, तुहाडा इत्थे की प्रभाव है, समाज विच तुहाडा की रुतबा है, वो नहीं जानते। उन्हां वास्ते ते तुसी एक जीव ही हो। अगे जात न जोर है। अगे जियो नवें। जिनकी लेखै पत पवै, चंगे सेई के। बाबे ने कैसा फैसला किया। आखिर जिनकी लेखै पत पवै, जिन्हां दी वाहगुरू दी दरगाह विच इज्जत होवेगी। भाव जिन्हां ने संसार विच चंगे काम कीते होणगे, जिन्हां ने मनुखता दी सेवा कीती होवेगी, जिन्हां ने इहो जिहियां वंडियां ते पंडियां नहीं पाईयां होणगियां, उन्हां दा उत्थे सत्कार होवे। तो पातशाह ने 4 पंक्तियां दे सलोक विच किड्डी वड्डी गल साडी झोली विच पाई। आख्या वदी सो वजग नानका, सच्चा वेखै सोए। सबनी छालां मारियां, करता करे सो होए। अगे जात न जोर है। अगे जियो नवें। जिनकी लेखै पत पवै, चंगे सेई के। ਉਹੀ कोई जीव चंगे समझे जाणगे, जिन्हां ने चंगे काम कीते होणगे। पानी च बहुत जगह आंदा, चंगियाइयां बुरियाइयां, वाचै धर्म हदूर। करमी आपो अपनी, के नेड़े के दूर। जिन्नी नाम ध्याया, गए मुशक्कत काल। नानक ते मुख उजले, केती छुट्टी नाल। लो पौड़ी विच पातशाह ने होर इनू स्पष्ट किया। पौड़ी तुर करम जिन्हां को तुद पाया। हे वाहिगुरू, तुर मुढ़ तो जिन्हां ते तुसी बख्शिश कीती। तुर करम जिन्हां को तुद पाया। तुसी जिन्हां ते मेहर कर दित्ती, जिन्हां दे तुरों बख्शिश। तां तिन्नी खसम ते आया। तदों तिन्हां ने, उन्हां भागशाली मनुखां ने खसम ते आया, अपने मालक अकाल पुरख नूं याद किया, सिमरन किया, चंगे पासे लगे ने। वो इन्हां जातां जूतां दे चक्कर च नहीं पए, क्योंकि इन्हां जनतां कै वस किछ ना ही। इन्हां विचारे जीवां दे वस विच कुछ नहीं। तुद वेकी जगत उपाया। तुद तुसी आप ही वेकी तरह तरह दे मेरे करते एक खेल रचाया। कोई न किसी ही जिहा उपाया। वो आप ही वख वख रंगां दे जी पैदा कर। गुरु नानक पातशाह इस सच तो सानू जानू करा रहे। तुर करम जिन्हां को तुद पाया। तां तिन्नी खसम ध्याया। इन्हां जनतां कै वस किछ नाही। तुद वेकी जगत उपाया।
क्योंकि जगत जिहड़ा है ये कलैक्टिव नाउन है। ਇਹਦੇ ਵਿੱਚ ਤੁਸੀਂ ਤਰ੍ਹਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ। ਜਿਵੇਂ ਇੱਕ ਗੁਲਦਸਤਾ ਹੁੰਦਾ ਤੇ ਉਹਦੇ ਵਿੱਚ ਮਾਲੀ ਤਰ੍ਹਾਂ ਤਰ੍ਹਾਂ ਦੇ ਫੁੱਲ ਜੋੜ ਕੇ ਉਸ ਨੂੰ ਬਣਾਉਂਦਾ। ਜੇ ਇੱਕੋ ਰੰਗ ਦੇ ਫੁੱਲ ਹੋਣ ਸ਼ਾਇਦ ਉਹ ਗੁਲਦਸਤਾ ਓਨਾ ਪ੍ਰਭਾਵਸ਼ਾਲੀ ਨਾ ਬਣੇ। ਇਸੇ ਲਈ ਮਹਾਰਾਜ ਨੇ ਕਿਹਾ ਵੀ ਉਹ ਪਰਮਾਤਮਾ ਮਾਲੀ ਹੈ ਤੇ ਇਹ ਸਾਰਾ ਸੰਸਾਰ ਉਸਦਾ ਬਗੀਚਾ। ਇਹਦੇ ਵਿੱਚ ਉਸਨੇ ਰੰਗਾ ਰੰਗ ਦੇ ਫੁੱਲ ਪੈਦਾ ਕੀਤੇ। ਇਹਨਾਂ ਜਨਤਾਂ ਕੈ ਵਸ ਕਿਛ ਨਾਹੀਂ, ਤੁਧ ਵੇਖੀ ਜਗਤ ਉਪਾਇਆ। ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖੁਆਇਆ। ਇੱਕ ਨਾ ਨੂੰ ਦੇਖੋ, ਇਹ ਵੀ ਇੱਕ ਨਾ ਨੂੰ ਕੁਝ ਐਸੇ ਨੇ ਜਿਨ੍ਹਾਂ ਤੇ ਤੇਰੀ ਕਿਰਪਾ ਹੋ ਜਾਂਦੀ, ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ, ਭਾਵ ਆਪਣੇ ਵਾਲੇ ਪਾਸੇ ਲਾ ਲੈਂਦਾ, ਆਪਣੇ ਨਾਮ ਵਿੱਚ ਜੋੜ ਲੈਂਦਾ। ਇੱਕ ਆਪੋ ਤੁਧ ਖੁਆਇਆ। ਹੁਣ ਇੱਥੇ ਵੀ ਇੱਕ ਈੜੀ ਨੂੰ ਇਸਿਆਰੀ, ਕੱਕੇ ਨੂੰ ਕਿਸਿਆਰੀ। ਕੁਝ ਐਸੇ ਨੇ ਜਿਨ੍ਹਾਂ ਨੂੰ ਤੂੰ ਆਪ ਹੀ ਖੁਆਇਆ, ਖੁੰਝਾਇਆ ਤਥਾ ਗਲਤ ਰਸਤੇ ਪਾਇਆ। ਇਹ ਵੀ ਤੇਰੀ ਮੌਜ ਹੈ। ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖੁਆਇਆ। ਕਈ ਜੀਆਂ ਨੂੰ ਤੂੰ ਆਪਣੇ ਨਾਲੋਂ ਆਪ ਹੀ ਵਿਛੋੜ ਦਿੱਤਾ। ਗੁਰ ਕਿਰਪਾ ਤੇ ਜਾਣਿਆ। ਜਿਨ੍ਹਾਂ ਤੇ ਤੁਸੀਂ ਕਿਰਪਾ ਕੀਤੀ ਉਹਨਾਂ ਤੇ ਗੁਰੂ ਨੇ ਕਿਰਪਾ ਕੀਤੀ। ਉਹਨਾਂ ਨੇ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਕਹੀ ਹੋਈ ਗੱਲ ਨੂੰ ਸੁਣਿਆ, ਸਮਝਿਆ ਤੇ ਜਾਣਿਆ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਜਿਸ ਨੂੰ ਤੁਸੀਂ ਆਪ ਬੁਝਾਇਆ, ਸਮਝ ਦਿੱਤੀ। ਭਾਵ ਸਤਿਗੁਰੂ ਦੀ ਮਿਹਰ ਨਾਲ ਜਿਨ੍ਹਾਂ ਨੇ ਤੈਨੂੰ ਪਛਾਣ ਲਿਆ, ਜਿਨ੍ਹਾਂ ਨੇ ਤੇਰੀ ਅਸਲੀਅਤ ਨੂੰ ਜਾਣ ਲਿਆ, ਪਰ ਤੇਰੀ ਕਿਰਪਾ ਤੋਂ ਬਿਨਾਂ ਨਹੀਂ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਪੌੜੀ ਵਿੱਚ ਨਿਚੋੜ ਕੱਢ ਦਿੰਦਾ। ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾਂ ਕੈ ਵਸ ਕਿਛ ਨਾਹੀਂ, ਤੁਧ ਵੇਖੀ ਜਗਤ ਉਪਾਇਆ। ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਜਿਸ ਮਨੁੱਖ ਦੇ ਹਿਰਦੇ ਵਿੱਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ। ਤੇ ਜਿਹਨੇ ਤੈਨੂੰ ਪਛਾਣ ਲਿਆ ਉਹ ਫਿਰ ਇਹਨਾਂ ਭਰਮਾਂ ਵਿੱਚ ਨਹੀਂ ਪੈਂਦਾ, ਉਹ ਇਹਨਾਂ ਵੰਡੀਆਂ ਵਿੱਚ ਨਹੀਂ ਪੈਂਦਾ। ਉਹ ਤੇ ਸਗੋਂ ਲੋਕਾਂ ਦੇ ਭਰਮ ਵੀ ਦੂਰ ਕਰਦਾ। ਜਿਵੇਂ ਕਬੀਰ ਜੀ ਦੀ ਬਾਣੀ ਮੈਂ ਜਦੋਂ ਪੜ੍ਹਦਾ, ਕਬੀਰ ਜੀ ਬੜੇ ਇਨਕਲਾਬੀ ਹਨ, ਬੜੇ ਸੁਧਾਰਕ ਹਨ। ਉਹਨਾਂ ਦੀ ਹਰ ਗੱਲ ਵਿੱਚ ਐਸਾ ਨਿਰਣਾ ਹੈ, ਉਹ ਪੰਡਤ ਨੂੰ ਪੈ ਜਾਂਦੇ। ਉਹ ਕਹਿੰਦੇ, ਪੰਡਤ ਜੀ ਤੁਸੀਂ ਜੋ ਆਪਣੇ ਨਾਲੋਂ ਸਾਨੂੰ ਉੱਚਾ ਤੇ ਮਹਾਨ ਕਹਿੰਦੇ ਹੋ, ਮੇਰੀ ਗੱਲ ਦਾ ਜਵਾਬ ਦਿਓ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੁਸੀਂ ਸਾਡੇ ਨਾਲੋਂ ਸ੍ਰੇਸ਼ਟ ਹੋ, ਫਿਰ ਤੁਹਾਨੂੰ ਉਸ ਰਸਤੇ ਜਨਮ ਨਹੀਂ ਸੀ ਲੈਣਾ ਚਾਹੀਦਾ ਜਿਹੜੇ ਰਸਤੇ ਮੈਂ ਆਇਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਇਹ ਦੱਸ ਤੇਰੇ ਮੇਰੇ ਵਿੱਚ ਫਰਕ ਕਿਵੇਂ? ਤੂੰ ਕਿਉਂ ਲੋਕਾਂ ਨੂੰ ਭਰਮਾਰੇ? ਤੋ ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਹੇ ਵਾਹਿਗੁਰੂ,
ਜਿੱਥੇ ਤੂੰ ਆਪ ਕਿਰਪਾ ਕਰਕੇ ਸੋਝੀ ਦੇ ਦਿੱਤੀ। ਸਹਿਜੇ ਹੀ ਸੱਚ ਸਮਾਇਆ, ਉਹ ਭਾਗਸ਼ਾਲੀ ਮਨੁੱਖ ਸਹਿਜ ਸੁਭਾਏ ਆਪਣੇ ਅਸਲੇ ਵਿੱਚ ਇੱਕਮਿਕ ਹੋ ਗਏ। ਉਹ ਫਿਰ ਕਦੇ ਵਿਤਕਰਾ ਨਹੀਂ ਕਰਦਾ। ਉਹ ਸਾਰਿਆਂ ਵਿੱਚ ਰੱਬ ਵੇਖਦਾ ਤੇ ਸਾਰਿਆਂ ਨਾਲ ਪਿਆਰ ਕਰਦਾ ਤੇ ਕਦੇ ਕਿਸੇ ਜ਼ਾਤ ਪਾਤ ਦੇ ਚੱਕਰ ਵਿੱਚ ਨਹੀਂ ਪੈਂਦਾ। ਤੋ ਸੱਚਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਉਚਾਰਨ ਕੀਤੇ ਹੋਏ ਬਚਨਾਂ ਨੂੰ ਅੱਜ ਕਿੰਨੇ ਕੁ ਗੁਰੂ ਕੇ ਸਿੱਖ, ਕਿੰਨੇ ਕੁ ਸਾਡੇ ਪੰਥ ਦੇ ਆਗੂ ਨੇ ਜਿਹੜੇ ਵਿਚਾਰ ਕਰ ਰਹੇ ਨੇ, ਔਰ ਜਿਹੜੇ ਸਿੱਖਾਂ ਨੂੰ ਕਈ ਤਰ੍ਹਾਂ ਨਾਲ ਵੰਡ ਰਹੇ ਨੇ। ਬਾਬੇ ਨੇ ਸਭ ਇੱਕੋ ਬਣਾਏ ਤੇ ਆਖਿਆ ਸਭ ਮੈਂ ਜੋਤ, ਜੋਤ ਹੈ ਸੋਏ, ਪਰ ਅਸੀਂ ਵੰਡੀਆਂ ਪਾਉਣ ਤੇ ਲੱਗੇ ਹੋਏ ਹਾਂ। ਦੁਹਾਈ ਰੱਬ ਦੀ ਹੈ, ਵੰਡੀਆਂ ਨਾ ਪਾਓ, ਬਾਣੀ ਦੀ ਵਿਚਾਰ ਕਰੋ ਤੇ ਸਮੁੱਚੇ ਸੰਸਾਰ ਨਾਲ ਪਿਆਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।